ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬੀ ਐਜੂਕੇਸ਼ਨ ਚੈਨਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਜੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ, ਨਾਲ ਹੀ ਬੈਲ ਆਈਕਨ ਨੂੰ ਦਬਾ ਲਓ ਤਾਂ ਜੋ ਕੋਈ ਵੀ ਨਵੀਂ ਵੀਡੀਓ ਅਪਲੋਡ ਕਰਾਂ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤੇ ਆਪਾਂ ਕਰ ਰਹੇ ਸੀ ਮੌਕ ਟੈਸਟ। ਅੱਜ ਆਪਣਾ 12ਵਾਂ ਟੈਸਟ ਹੈ। ਇਸ ਤੋਂ ਪਹਿਲਾਂ 11 ਟੈਸਟ ਆਪਾਂ ਕਰ ਚੁੱਕੇ ਹਾਂ। ਜਿਨ੍ਹਾਂ ਨੇ ਉਹ ਨਹੀਂ ਕੀਤੇ ਉਹ ਚੈਨਲ ਦੀ ਪਲੇਲਿਸਟ ਜਾ ਕੇ ਚੈੱਕ ਕਰ ਲਿਓ। ਤੇ ਜਿਵੇਂ ਕਿ ਆਪਾਂ ਵਿਸ਼ੇਵਾਰ ਟੈਸਟ ਕਰ ਰਹੇ ਸੀ ਮਾਸਟਰ ਕੈਡਰ ਦੇ ਸਿਲੇਬਸ ਦੇ ਅਕੋਰਡਿੰਗ, ਅੱਜ ਆਪਣਾ ਟੈਸਟ ਹੈ ਸਾਹਿਤ ਦੇ ਭਿੰਨ ਭਿੰਨ ਰੂਪ। ਜਿਹੜੇ ਚੈਨਲ ਨਾਲ ਨਵੇਂ ਜੁੜੇ ਉਹਨਾਂ ਨੂੰ ਮੈਂ ਦੱਸ ਦਿੰਦੀ ਹਾਂ ਕਿ ਅੱਜ ਜਿਹੜੇ ਆ ਤੁਹਾਨੂੰ ਪ੍ਰਸ਼ਨ ਹੋਣਗੇ ਅਤੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਇਹਦੇ ਆਨਸਰ ਮਿਲ ਜਾਣਗੇ। ਅਤੇ ਤੁਸੀਂ ਸਾਰਿਆਂ ਨੇ ਆਪਣੇ ਆਪਣੇ ਜੋ ਵੀ ਤੁਹਾਨੂੰ ਉੱਤਰ ਸਹੀ ਲੱਗਣ ਆਪਣੀ ਨੋਟਬੁੱਕ 'ਤੇ ਨੋਟ ਕਰ ਲਿਓ ਅਤੇ ਕੱਲ੍ਹ ਮੈਚ ਕਰਕੇ ਸਾਰੇ ਜਾਣੇ ਨੰਬਰ ਜ਼ਰੂਰ ਸ਼ੇਅਰ ਕਰ ਦਿਓ। ਅੱਜ ਦਾ ਟੈਸਟ ਸਟਾਰਟ ਕਰਦੇ ਹਾਂ। ਸਾਡਾ ਪਹਿਲਾ ਪ੍ਰਸ਼ਨ ਹੈ, ਸ਼ਲੋਕ ਕਿਸ ਭਾਸ਼ਾ ਦਾ ਸ਼ਬਦ ਹੈ? ਅਰਬੀ, ਫਾਰਸੀ, ਲਾਤੀਨੀ ਜਾਂ ਸੰਸਕ੍ਰਿਤ? ਸ਼ਲੋਕ ਦਾ ਸ਼ਬਦੀ ਅਰਥ ਕੀ ਹੈ? ਪ੍ਰਸ਼ੰਸਾ, ਉਸਤਤ, ਤਾਰੀਫ ਜਾਂ ਉਪਰੋਕਤ ਸਾਰੇ ਹੀ? ਅਗਲਾ ਪ੍ਰਸ਼ਨ ਹੈ, ਕਿਸ ਵਿਦਵਾਨ ਅਨੁਸਾਰ ਅਸਲ ਲਫ਼ਜ਼ ਇਹ ਸ਼ੈ ਲੋਕ ਬਾਦਸ਼ਾਹ ਦੀ ਦੁਨੀਆ ਕਲਾਮੁਲ ਮੁਲਕ, ਮਤਲਬ ਇਹ ਕਿ ਇੱਕ ਖਿਆਲ ਨੂੰ ਸੰਕੋਚ ਦੇ ਥੋੜ੍ਹੇ ਜਿਹੇ ਲਫ਼ਜ਼ਾਂ ਵਿੱਚ ਬਿਆਨ ਕਰਨਾ। ਮੌਲਾ ਬਖਸ਼ ਕੁਸ਼ਤਾ ਦੇ, ਡਾਕਟਰ ਊਧਮ ਸਿੰਘ ਸ਼ਾਹੀ ਦੇ, ਗੁਰੂ ਨਾਨਕ ਦੇਵ ਜੀ ਦੇ ਜਾਂ ਸਿੱਧ ਜੋਗੀਆਂ ਦੇ? ਅਗਲਾ ਪ੍ਰਸ਼ਨ ਹੈ, ਜਿਸ ਕਾਵਿ ਰੂਪ ਵਿੱਚ ਭਾਵ ਨੂੰ ਸੰਕੋਚਮਈ ਢੰਗ ਨਾਲ ਦਰਸਾਇਆ ਜਾਂਦਾ ਹੈ ਉਹ ਕੀ ਅਖਵਾਉਂਦਾ ਹੈ? ਕਾਫੀ, ਸ਼ਲੋਕ, ਸ਼ੀਹਰਫੀ ਜਾਂ ਨਜ਼ਮ? ਅਗਲਾ ਪ੍ਰਸ਼ਨ ਹੈ, ਕਿੱਸਾ ਸ਼ਬਦ ਕਿਸ ਭਾਸ਼ਾ ਦਾ ਨਾਲ ਸੰਬੰਧ ਰੱਖਦਾ ਹੈ? ਫਾਰਸੀ, ਅਰਬੀ, ਉਰਦੂ ਜਾਂ ਹਿੰਦੀ? ਅਗਲਾ ਪ੍ਰਸ਼ਨ, ਪੰਜਾਬੀ ਵਿੱਚ ਕਿੱਸਾ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ? ਫਾਰਸੀ, ਅਰਬੀ, ਉਰਦੂ, ਸੰਸਕ੍ਰਿਤ? ਜੇ ਤੁਹਾਨੂੰ ਲੱਗਦਾ ਹੁੰਦਾ ਨਾ ਪ੍ਰਸ਼ਨ ਲਈ ਤੁਹਾਡੇ ਕੋਲ ਟਾਈਮ ਘੱਟ ਆ, ਵੀਡੀਓ ਪਾਊਜ਼ ਕਰ ਲਿਆ ਕਰੋ। ਕਿੱਸੇ ਦੇ ਸ਼ਬਦੀ ਅਰਥ ਕੀ ਹਨ? ਅਰਥ ਕਹਾਣੀ, ਬੀਤੇ ਦਾ ਵਰਣਨ, ਉਪਰੋਕਤ ਸਾਰੇ ਜਾਂ ਘਟਨਾ? ਕਿਸ ਭਾਸ਼ਾ ਵਿੱਚ ਕਿੱਸੇ ਵਰਗੀ ਬਿਆਨੀਆ ਕਵਿਤਾ ਨੂੰ ਮਸਨਵੀ ਆਖਿਆ ਜਾਂਦਾ ਹੈ? ਅਰਬੀ, ਫਾਰਸੀ, ਉਰਦੂ ਜਾਂ ਪੰਜਾਬੀ ਭਾਸ਼ਾ ਵਿੱਚ? ਅਗਲਾ ਪ੍ਰਸ਼ਨ ਹੈ, 12ਵਾਂ ਲੋਕ ਕਾਵਿ ਵਿੱਚ ਮਹੀਨਿਆਂ ਦਾ ਵਰਣਨ ਹੁੰਦਾ ਹੈ। ਕਿੰਨੇ ਮਹੀਨਿਆਂ ਦਾ ਵਰਣਨ ਹੁੰਦਾ ਹੈ? 3, 12, 6 ਜਾਂ 9? ਅਗਲਾ ਪ੍ਰਸ਼ਨ, ਸਾਲ ਦੇ 12 ਮਹੀਨਿਆਂ ਦੀ ਸੰਗਲੀ ਨੂੰ ਕੀ ਕਿਹਾ ਜਾਂਦਾ ਹੈ? 12ਵਾਂ, ਸਾਲ, ਛਿਮਾਈ, ਉਪਰੋਕਤ ਵਿੱਚੋਂ ਕੋਈ ਵੀ ਨਹੀਂ? ਅਗਲਾ ਪ੍ਰਸ਼ਨ ਹੈ, 12ਵਾਂ ਕਾਵਿ ਰੂਪ ਕਿਸ ਦਾ ਸੁਮੇਲ ਹੁੰਦਾ ਹੈ? ਸਰੀਰਕ, ਮਾਨਸਿਕਤਾ ਦਾ, ਆਤਮਾ ਪਰਮਾਤਮਾ ਦਾ ਜਾਂ ਊੜਾ ਤੇ ਐੜਾ ਦੋਵੇਂ ਹੀ? ਅਗਲਾ ਪ੍ਰਸ਼ਨ ਹੈ, 12ਵਾਂ ਨੂੰ ਪੰਜਾਬੀ ਦਾ ਕਿਹੜਾ ਕਾਵਿ ਰੂਪ ਮੰਨਿਆ ਜਾਂਦਾ ਹੈ? ਲੋਕ ਕਾਵਿ ਰੂਪ, ਮੌਲਿਕ ਕਾਵਿ ਰੂਪ, ਵਾਰ ਕਾਵਿ ਰੂਪ ਜਾਂ ਕਾਵਿ ਰੂਪ? ਅਗਲਾ ਪ੍ਰਸ਼ਨ ਹੈ, ਕਿਸ ਕਾਵਿ ਰੂਪ ਵਿਸ਼ੇ ਤੇ ਰੂਪ ਦੀ ਕੋਈ ਬੰਦਿਸ਼ ਨਹੀਂ ਹੁੰਦੀ? 12ਵਾਂ ਦੇ ਵਿੱਚ, ਵਾਰ ਕਾਵਿ ਰੂਪ ਦੇ ਵਿੱਚ, ਗਜ਼ਲ ਕਾਵਿ ਰੂਪ ਦੇ ਵਿੱਚ ਜਾਂ ਨਜ਼ਮ ਦੇ ਵਿੱਚ?
ਅਗਲਾ ਪ੍ਰਸ਼ਨ ਹੈ, ਵਿਦਵਾਨ ਕਾਫੀ ਨੂੰ ਕਿਹੜਾ ਰੂਪ ਦੇ ਕੇ ਸੰਤੁਸ਼ਟ ਹੋ ਜਾਂਦੇ ਨੇ? ਰਾਗ, ਰਾਗਮੀ, ਛੰਦ ਜਾਂ ਉਪਰੋਕਤ ਸਾਰੇ ਹੀ? ਕਿਹੜੇ ਵਿਦਵਾਨ ਨੇ ਕਾਫੀ ਨੂੰ ਰਾਗਨੀ ਸਵੀਕਾਰ ਕੀਤਾ? ਸੰਤ ਸਿੰਘ ਸੇਖੋਂ, ਪਰਮਿੰਦਰ ਸਿੰਘ, ਮੋਹਨ ਸਿੰਘ ਦੀਵਾਨਾ, ਕਾਹਨ ਸਿੰਘ ਨਾਭਾ। ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਕਾਫੀ ਨੂੰ ਕੀ ਮੰਨਦੇ ਨੇ? ਰਾਗਨੀ, ਰਾਗਮੀ, ਛੰਦ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਕਾਫੀ ਨੂੰ ਕੌਣ ਰਾਗਨੀ ਮੰਨਦੇ ਨੇ? ਡਾਕਟਰ ਮੋਹਨ ਸਿੰਘ ਦੀਵਾਨਾ, ਭਾਈ ਕਾਹਨ ਸਿੰਘ ਨਾਭਾ, ਹਿੰਦੀ ਵਿਸ਼ਵਕੋਸ਼ ਜਾਂ ਉਪਰੋਕਤ ਸਾਰੇ ਹੀ? ਅਗਲਾ ਪ੍ਰਸ਼ਨ ਹੈ, ਕਿਹੜੇ ਕਾਵਿ ਰੂਪ ਦੀ ਸਿਰਜਣਾ ਕਰਦੇ ਸਮੇਂ ਬੰਦਿਸ਼ ਨੂੰ ਨਹੀਂ ਅਪਣਾਇਆ ਗਿਆ? ਕਵਿਤਾ, ਖੁੱਲੀ ਕਵਿਤਾ, ਕਾਫੀ ਜਾਂ ਸੀਹਰਫੀ? ਅਗਲਾ ਪ੍ਰਸ਼ਨ ਹੈ, ਵਾਰ ਦਾ ਸੰਬੰਧ ਕਿਸ ਨਾਲ ਹੁੰਦਾ ਹੈ? ਪ੍ਰੇਮ ਕਹਾਣੀਆਂ ਨਾਲ, ਬਹਾਦਰੀ ਨਾਲ, ਜੰਗਾਂ ਯੁੱਧਾਂ ਨਾਲ ਜਾਂ ਨੇਕੀ ਨਾਲ? ਅਗਲਾ ਪ੍ਰਸ਼ਨ ਹੈ, ਪੰਜਾਬੀ ਵਿੱਚ ਅਧਿਆਤਮਕ ਵਾਰਾਂ ਪਹਿਲੀ ਵਾਰ ਕਿਸ ਨੇ ਲਿਖੀਆਂ? ਗੁਰੂ ਸਾਹਿਬਾਨ ਨੇ, ਭਾਈ ਗੁਰਦਾਸ ਨੇ, ਊੜਾ ਤੇ ਆੜਾ ਦੋਨੋਂ ਹੀ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ? ਅਗਲਾ ਪ੍ਰਸ਼ਨ ਹੈ, ਵਾਰ ਦਾ ਅਰਥ ਹੈ ਵਾਰ ਜਾਂ ਵਾਰ ਕਰਨਾ, ਵਾਰ ਰੋਕਣਾ ਜਾਂ ਉਪਰੋਕਤ ਸਾਰੇ ਹੀ? ਅਗਲਾ ਪ੍ਰਸ਼ਨ ਹੈ, ਕਿਸ ਵਿਦਵਾਨ ਦਾ ਕਥਨ ਹੈ ਕਿ ਜਿਸ ਰਚਨਾ ਵਿੱਚ ਸੂਰਬੀਰਤਾ ਦਾ ਵਰਣਨ ਹੋਵੇ ਵਾਰ ਅਖਵਾਉਂਦੀ ਹੈ? ਪ੍ਰਿੰਸੀਪਲ ਤੇਜਾ ਸਿੰਘ ਦਾ, ਭਾਈ ਕਾਹਨ ਸਿੰਘ ਨਾਭਾ ਦਾ, ਸਤਿੰਦਰ ਸਿੰਘ ਦਾ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ? ਅਗਲਾ ਪ੍ਰਸ਼ਨ ਹੈ, ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਚੰਡੀ ਦੀ ਵਾਰ ਦਾ ਨਾਇਕ ਕਿਹੜਾ ਹੈ? ਇਤਿਹਾਸਿਕ ਪਾਤਰ, ਸੂਰਮਾ, ਮਿਥਿਹਾਸਿਕ ਪਾਤਰ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ? ਅਗਲਾ ਪ੍ਰਸ਼ਨ ਹੈ, ਜਨਮ ਸਾਖੀ ਕਿਸ ਕਾਲ ਦੇ ਵਾਰਤਕ ਸਾਹਿਤ ਦਾ ਪ੍ਰਮੁੱਖ ਸਾਹਿਤ ਰੂਪ ਹੈ? ਆਦਿ ਕਾਲ ਦਾ, ਮੱਧ ਕਾਲ ਦਾ, ਪੂਰਵ ਕਾਲ ਦਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਅਗਲਾ ਪ੍ਰਸ਼ਨ ਹੈ, ਜਨਮ ਸਾਖੀ ਕਿਹੋ ਜਿਹਾ ਕਾਵਿ ਰੂਪ ਹੈ? ਲੋਕ ਕਾਵਿ ਰੂਪ, ਮਿਸ਼ਰਤ ਕਾਵਿ ਰੂਪ ਜਾਂ ਕਾਵਿ ਰੂਪੀ ਹੈ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਅਗਲਾ ਪ੍ਰਸ਼ਨ ਹੈ, ਜਨਮ ਸਾਖੀ ਕਿਸ ਦਾ ਸੁਮੇਲ ਹੈ? ਸੰਵਾਦ ਦਾ, ਬਾਣੀ ਦਾ, ਬਿਰਤਾਂਤ ਦਾ ਜਾਂ ਉਪਰੋਕਤ ਸਾਰੇ ਹੀ? ਅਗਲਾ ਪ੍ਰਸ਼ਨ ਹੈ, ਜਨਮ ਸਾਖੀ ਵਿਚਲੀਆਂ ਸਾਖੀਆਂ ਵਿੱਚ ਜ਼ਿਆਦਾਤਰ ਕਿਸ ਦਾ ਬਿਰਤਾਂਤ ਪੇਸ਼ ਕੀਤਾ ਗਿਆ ਹੈ? ਬਾਣੀ ਦਾ, ਸੰਵਾਦ ਦਾ, ਘਟਨਾ ਦਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ? ਜਨਮ ਸਾਖੀ ਦਾ ਪ੍ਰਮੁੱਖ ਤੱਤ ਕਿਹੜਾ ਹੈ? ਘਟਨਾ, ਬਿਰਤਾਂਤ, ਸੰਵਾਦ ਜਾਂ ਬਾਣੀ? ਅਗਲਾ ਪ੍ਰਸ਼ਨ ਹੈ, ਜਨਮ ਸਾਖੀ ਵਿਚਲੀਆਂ ਸਾਖੀਆਂ ਦੀ ਤਰਤੀਬ ਕਿਹੋ ਜਿਹੀ ਹੁੰਦੀ ਹੈ? ਨਿਯਮਾਂ ਦੇ ਆਧਾਰ 'ਤੇ, ਆਪ ਹੁਦਰੀ, ਕਰਮਵਾਰ, ਉਪਰੋਕਤ ਸਾਰੇ ਹੀ?
ਅਗਲਾ ਪ੍ਰਸ਼ਨ ਹੈ, ਕਵਿਤਾ ਕਦੋਂ ਤੋਂ ਮਨੁੱਖ ਦੀ ਸਾਥੀ ਰਹੀ ਹੈ? ਆਦਿ ਕਾਲ ਤੋਂ, ਮੁੱਢ ਕਦੀਮ ਤੋਂ, ਪੁਰਾਤਨ ਸਮੇਂ ਤੋਂ, ਪੂਰਵ ਕਾਲ ਤੋਂ। ਅਗਲਾ ਪ੍ਰਸ਼ਨ ਹੈ, ਕਿਸ ਵਿਦਵਾਨ ਨੇ ਰਸਮਈ ਵਾਕ ਨੂੰ ਕਵਿਤਾ ਦਾ ਨਾਂ ਦਿੱਤਾ? ਪ੍ਰੋਫੈਸਰ ਪੂਰਨ ਸਿੰਘ ਨੇ, ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ, ਵਿਸ਼ਵਨਾਥ ਨੇ, ਪ੍ਰੋਫੈਸਰ ਅਤਰ ਸਿੰਘ ਨੇ। ਅਗਲਾ ਪ੍ਰਸ਼ਨ ਹੈ, ਪੰਜਾਬੀ ਦੇ ਕਿਸ ਕਵੀ ਅਨੁਸਾਰ ਕਵਿਤਾ ਰੂਹਾਂ ਦੀ ਬੋਲੀ ਹੈ? ਭਾਈ ਵੀਰ ਸਿੰਘ ਅਨੁਸਾਰ, ਪ੍ਰੋਫੈਸਰ ਅਤਰ ਸਿੰਘ ਅਨੁਸਾਰ, ਜਾਂ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ, ਜਾਂ ਪ੍ਰੋਫੈਸਰ ਮੋਹਨ ਸਿੰਘ। ਅਗਲਾ ਪ੍ਰਸ਼ਨ ਹੈ, ਕਿਸ ਵਿਦਵਾਨ ਦਾ ਕਥਨ ਹੈ ਕਿ ਕਵਿਤਾ ਦੀ ਛੋਹ ਨਾਲ ਹਰ ਵਸਤੂ ਅਮਰ, ਚਿਰਜੀਵੀ ਤੇ ਸੁੰਦਰ ਬਣ ਜਾਂਦੀ ਹੈ? ਵਿਸ਼ਵਨਾਥ, ਰਾਬਰਟ ਹਾਲੇਰ, ਅਰਸਤੂ, ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਅੱਗੇ ਹੈ, ਵਿਚਾਰ ਦਾ ਸੰਬੰਧ ਕਿਸ ਨਾਲ ਹੁੰਦਾ ਹੈ? ਬੁੱਧੀ ਨਾਲ, ਦਿਮਾਗ ਨਾਲ, ਊੜਾ ਤੇ ਆੜਾ ਦੋਵੇਂ ਹੀ, ਜਾਂ ਕਲਪਨਾ ਨਾਲ। ਅਗਲਾ ਪ੍ਰਸ਼ਨ ਹੈ, ਮਨੋਭਾਵ ਦਾ ਕੀ ਅਰਥ ਹੈ? ਮਨ ਦਾ ਵੇਗ, ਜਜ਼ਬਾ, ਭਾਵਨਾ, ਜਾਂ ਐੜਾ ਤੇ ਸੱਸਾ ਦੋਨੋਂ ਹੀ। ਅਗਲਾ ਪ੍ਰਸ਼ਨ ਹੈ, ਕਾਵਿ ਰਚਨਾ ਪੜ੍ਹਨ ਜਾਂ ਸੁਣਨ ਸਮੇਂ ਪਾਠਕ ਜਾਂ ਸਰੋਤੇ ਆਨੰਦ ਦੇ ਅਨੁਭਵ ਨੂੰ ਕੀ ਆਖਿਆ ਜਾਂਦਾ ਹੈ? ਰਸ, ਛੰਦ, ਅਲੰਕਾਰ, ਜਾਂ ਬਿੰਬ। ਅਗਲਾ ਪ੍ਰਸ਼ਨ ਹੈ, ਗਜ਼ਲ ਕਾਵਿ ਰੂਪ ਦਾ ਵਿਕਾਸ ਕਿਸ ਸਾਹਿਤ ਤੋਂ ਹੋਇਆ? ਫਾਰਸੀ, ਉਰਦੂ, ਅਰਬੀ, ਸੰਸਕ੍ਰਿਤ। ਅਗਲਾ ਪ੍ਰਸ਼ਨ ਹੈ, ਕਿਸ ਸਾਹਿਤ ਵਿੱਚ ਗਜ਼ਲ ਦੀ ਆਮਦ ਫਾਰਸੀ ਅਤੇ ਉਰਦੂ ਦੀ ਸ਼ਾਇਰੀ ਰਾਹੀਂ ਹੋਈ? ਪੰਜਾਬੀ ਸਾਹਿਤ ਵਿੱਚ, ਸੰਸਕ੍ਰਿਤ ਸਾਹਿਤ ਵਿੱਚ, ਹਿੰਦੀ ਸਾਹਿਤ ਵਿੱਚ, ਜਾਂ ਕੋਈ ਵੀ ਨਹੀਂ। ਅਗਲਾ ਪ੍ਰਸ਼ਨ ਹੈ, ਕਿਸ ਵਿਦਵਾਨ ਦਾ ਵਿਚਾਰ ਹੈ ਕਿ ਗਜ਼ਲ ਉਹ ਦਰਦਨਾਕ ਆਵਾਜ਼ ਹੈ ਜੋ ਸ਼ਿਕਾਰੀ ਕੁੱਤਿਆਂ ਤੋਂ ਜਾਨ ਬਚਾਉਣ ਵਿੱਚ ਹੋਇਆ ਹਰਨ ਸੰਕਟ ਦੇ ਸਮੇਂ ਕੱਢਦੇ ਹਨ? ਡਾਕਟਰ ਰਤਨ ਸਿੰਘ ਜੱਗੀ ਅਨੁਸਾਰ, ਆਬਿਲ ਅਲੀ ਅਨੁਸਾਰ, ਮੁਹੰਮਦ ਬਖਸ਼ ਅਨੁਸਾਰ, ਡਾਕਟਰ ਦੀਵਾਨ ਸਿੰਘ ਅਨੁਸਾਰ। ਅਗਲਾ ਪ੍ਰਸ਼ਨ ਹੈ, ਗਜ਼ਲ ਦਾ ਵਿਸ਼ਾ ਕਿਸ ਨਾਲ ਭਰਿਆ ਪੈਂਦਾ ਹੈ? ਪਿਆਰ, ਪ੍ਰੇਮ ਪਿਆਰ, ਸੁੰਦਰਤਾ, ਪ੍ਰੇਮੀ ਦੇ ਬਿਰਹਾ ਦੀ ਤੜਫ, ਜਾਂ ਉਪਰੋਕਤ ਸਾਰੇ ਹੀ। ਅਗਲਾ ਪ੍ਰਸ਼ਨ ਹੈ, ਪੰਜਾਬੀ ਗਜ਼ਲਕਾਰਾਂ ਨੇ ਕਿਹੋ ਜਿਹੇ ਵਿਸ਼ੇ ਲਏ ਹਨ? ਦੇਸ਼ ਪਿਆਰ ਦੇ, ਜੀਵਨ ਜਾਚ ਦੇ, ਉਸਾਰੂ ਰੁਚੀਆਂ ਦੇ, ਜਾਂ ਉਪਰੋਕਤ ਸਾਰੇ ਹੀ। ਅਗਲਾ ਪ੍ਰਸ਼ਨ ਹੈ, ਨਜ਼ਮ ਕਿਸ ਭਾਸ਼ਾ ਦਾ ਮੂਲ ਸ਼ਬਦ ਹੈ? ਫਾਰਸੀ, ਅਰਬੀ, ਲਾਤੀਨੀ, ਸੰਸਕ੍ਰਿਤ। ਇਸ ਤੋਂ ਅੱਗੇ ਹੈ, ਨਜ਼ਮ ਦਾ ਸ਼ਬਦੀ ਅਰਥ ਹੈ ਮੋਤੀਆਂ ਨੂੰ ਮੜਨਾ, ਮੋਤੀਆਂ ਨੂੰ ਧਾਗੇ ਵਿੱਚ ਪਰੋਣਾ, ਮੋਤੀਆਂ ਦਾ ਹਾਰ ਬਣਾਉਣਾ, ਜਾਂ ਉਪਰੋਕਤ ਕੋਈ ਨਹੀਂ। ਅਗਲਾ ਪ੍ਰਸ਼ਨ ਹੈ, ਕਿਹੜੀ ਭਾਸ਼ਾ ਵਿੱਚ ਸਮੁੱਚੇ ਭਾਵ ਨੂੰ ਨਜ਼ਮ ਆਖਦੇ ਨੇ? ਅਰਬੀ, ਫਾਰਸੀ, ਉਰਦੂ, ਸੰਸਕ੍ਰਿਤ।
ਅਗਲਾ ਪ੍ਰਸ਼ਨ ਹੈ ਉਰਦੂ ਜਾਂ ਫਾਰਸੀ ਵਿੱਚ ਨਜ਼ਮ ਨੂੰ ਕਿਸ ਦੀ ਪਾਬੰਦੀ ਨਾਲ ਨਿਭਾਇਆ ਜਾਂਦਾ ਹੈ? ਰਦੀਫ, ਕਾਫੀਏ, ਮਤਲਾ, ਮਿਸਰਾ। ਅਗਲਾ ਪ੍ਰਸ਼ਨ ਹੈ ਭਾਰਤੀ ਭਾਸ਼ਾਵਾਂ ਵਿੱਚ ਕਿਸ ਨੂੰ ਕਵਿਤਾ ਕਹਿੰਦੇ ਨੇ? ਰੁਬਾਈ ਨੂੰ, ਗੀਤ ਨੂੰ, ਨਜ਼ਮ ਨੂੰ ਜਾਂ ਸ਼ੀਹਰਫੀ ਨੂੰ? ਅਗਲਾ ਪ੍ਰਸ਼ਨ ਹੈ ਰੁਬਾਈ ਕਿਸ ਭਾਸ਼ਾ ਦਾ ਸ਼ਬਦ ਹੈ? ਅਰਬੀ, ਫਾਰਸੀ, ਉਰਦੂ ਜਾਂ ਲਤੀਨੀ? ਅਗਲਾ ਪ੍ਰਸ਼ਨ ਰੁਬਾਈ ਕਾਵਿ ਵਿੱਚ ਕਿੰਨੀਆਂ ਤੁਕਾਂ ਸ਼ਾਮਲ ਹੁੰਦੀਆਂ ਹਨ? 3-3, 4-4, 2-2 ਜਾਂ 6-6? ਜਿਸ ਕਾਵਿ-ਬੰਧ ਵਿੱਚ 4-4 ਤੁਕਾਂ ਸ਼ਾਮਲ ਹੁੰਦੀਆਂ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਕਾਫੀ, ਚੌਪਈ, ਰੁਬਾਈ ਜਾਂ ਸ਼ੀਹਰਫੀ? ਅਗਲਾ ਪ੍ਰਸ਼ਨ ਹੈ ਰੁਬਾਈ ਵਿੱਚ ਕਿੰਨੀਆਂ ਤੁਕਾਂ ਹੁੰਦੀਆਂ ਨੇ? 4, 6, 2 ਜਾਂ 8? ਅਗਲਾ ਪ੍ਰਸ਼ਨ ਹੈ ਫਾਰਸੀ ਵਿੱਚ ਰੁਬਾਈ ਨੂੰ ਕੀ ਕਿਹਾ ਜਾਂਦਾ ਹੈ? 2 ਬੈਂਤੀ, ਤਰਾਨਾ, ਛੋਟੀ ਕਵਿਤਾ ਜਾਂ ਊੜਾ ਤੇ ਐੜਾ ਦੋਵੇਂ ਹੀ? ਅਗਲਾ ਪ੍ਰਸ਼ਨ ਹੈ ਰੁਬਾਈ ਦਾ ਕਿਹੜਾ ਚਰਨ ਵੱਖਰੀ ਤੁਕਾਂਤ ਵਾਲਾ ਹੁੰਦਾ ਹੈ? ਪਹਿਲਾ, ਦੂਜਾ, ਚੌਥਾ ਜਾਂ ਤੀਜਾ? ਅਗਲਾ ਪ੍ਰਸ਼ਨ ਹੈ ਨਾਵਲ ਕੀ ਹੈ? ਆਧੁਨਿਕ ਯੁੱਗ ਦੀ ਉਪਜ ਹੈ ਜਾਂ ਨਵਾਂ ਸਾਹਿਤ ਰੂਪ ਹੈ ਜਾਂ ਇਹ ਵਾਰਤਕ ਰੂਪ ਹੈ ਜਾਂ ਊੜਾ ਤੇ ਐੜਾ ਦੋਵੇਂ ਹੀ? ਨਾਵਲ ਦਾ ਜਨਮ ਕਿਸ ਕਾਰਨ ਹੋਇਆ? ਨਾਟਕ ਸਾਹਿਤ, ਪੱਛਮੀ ਸਾਹਿਤ ਦੇ ਕਰਕੇ ਜਾਂ ਕਾਵਿ ਸਾਹਿਤ ਕਰਕੇ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ? ਨਾਵਲ ਸ਼ਬਦ ਕਿਸ ਭਾਸ਼ਾ ਦੀ ਨਾਵਲ ਤੋਂ ਬਣਿਆ? ਅਰਬੀ, ਰੋਮਨ, ਫਾਰਸੀ ਜਾਂ ਉਰਦੂ? ਨਵੇਲਾ ਨੂੰ ਕਿਸ ਭਾਸ਼ਾ ਤੋਂ ਉਪਜਿਆ ਮੰਨਿਆ ਜਾਂਦਾ ਹੈ? ਉਰਦੂ, ਫਾਰਸੀ, ਲਤੀਨੀ ਜਾਂ ਹਿੰਦੀ? ਅਗਲਾ ਪ੍ਰਸ਼ਨ ਹੈ ਪੱਛਮ ਵਿੱਚ ਨਾਟਕ ਕਲਾ ਦਾ ਜਨਮ ਕਿਸ ਤੋਂ ਹੋਇਆ ਜਾਪਦਾ ਹੈ? ਨਕਲ ਤੋਂ, ਨਾਚ ਤੋਂ ਜਾਂ ਊੜਾ ਤੇ ਐੜਾ ਦੋਵੇਂ ਹੀ ਜਾਂ ਕੋਈ ਵੀ ਨਹੀਂ? ਅਗਲਾ ਪ੍ਰਸ਼ਨ ਹੈ ਨਾਟਕ ਕਲਾ ਦਾ ਸਭ ਤੋਂ ਪਹਿਲਾ ਜਨਮ ਕਿੱਥੇ ਹੋਇਆ? ਯੂਨਾਨ, ਪੱਛਮ, ਈਰਾਨ ਜਾਂ ਭਾਰਤ? ਨਾਟਕ ਦਾ ਮੁੱਖ ਤੱਤ ਹੈ ਕਥਾ ਵਸਤੂ, ਪਾਤਰ ਉਸਾਰੀ, ਵਾਰਤਾਲਾਪ ਜਾਂ ਭਾਸ਼ਾ ਸ਼ੈਲੀ? ਅਗਲਾ ਪ੍ਰਸ਼ਨ ਹੈ ਇੱਕ ਅੰਗ ਵਿੱਚ ਖੇਡੇ ਜਾਣ ਵਾਲਾ ਕਿਹੜਾ ਨਾਟਕ ਹੁੰਦਾ ਹੈ? ਇਕਾਂਗੀ, ਬਹੁ ਅੰਗੀ, ਪੰਜ ਅੰਗੀ, ਉਪਰੋਕਤ ਕੋਈ ਨਹੀਂ? ਨਾਟਕ ਵਿੱਚ ਅੰਗ ਕਿਸ ਨੂੰ ਆਖਦੇ ਨੇ? ਪਾਠ, ਝਾਕੀ, ਅੰਕ ਜਾਂ ਉਪਰੋਕਤ ਕੋਈ ਨਹੀਂ?
ਅਗਲਾ ਪ੍ਰਸ਼ਨ ਹੈ, ਇਕਾਂਗੀ ਕਿਸ ਸਾਹਿਤ ਦਾ ਸੁਤੰਤਰ ਰੂਪ ਹੈ? ਨਿੱਕੀ ਕਹਾਣੀ ਦਾ, ਦੁਖਾਂਤ ਨਾਟਕ ਦਾ ਜਾਂ ਸੁਖਾਂਤ ਨਾਟਕ ਦਾ? ਅਗਲਾ ਪ੍ਰਸ਼ਨ ਹੈ, ਨਿਬੰਧ ਕਿਹੜੀ ਭਾਸ਼ਾ ਦਾ ਸ਼ਬਦ ਹੈ? ਅਰਬੀ ਭਾਸ਼ਾ ਦਾ, ਫਾਰਸੀ ਭਾਸ਼ਾ ਦਾ, ਸੰਸਕ੍ਰਿਤ ਭਾਸ਼ਾ ਦਾ ਜਾਂ ਉਰਦੂ ਭਾਸ਼ਾ ਦਾ? ਅਗਲਾ ਪ੍ਰਸ਼ਨ ਹੈ, ਨਿਬੰਧ ਦਾ ਸ਼ਬਦੀ ਅਰਥ ਕੀ ਹੈ? ਲੇਖ, ਵਿਚਾਰ ਪ੍ਰਗਟ ਕਰਨਾ, ਚੰਗੀ ਤਰ੍ਹਾਂ ਬੰਨ੍ਹਣਾ ਜਾਂ ਉਪਰੋਕਤ ਸਾਰੇ ਹੀ? ਅਗਲਾ ਪ੍ਰਸ਼ਨ ਹੈ, ਨਿਬੰਧ ਲਿਖਣ ਲੱਗਿਆਂ ਕਿਸ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ? ਸਰਲਤਾ ਦਾ, ਸਪਸ਼ਟਤਾ ਦਾ, ਸੁਹਿਰਦਤਾ ਦਾ ਜਾਂ ਉਪਰੋਕਤ ਸਾਰੇ ਹੀ? ਇਸ ਤੋਂ ਬਾਅਦ ਨਿਬੰਧ ਲੇਖਕ ਦੇ ਮਨ ਦਾ ਕੀ ਆਖਿਆ ਜਾਂਦਾ ਹੈ? ਦਿਮਾਗ, ਆਸਥਾ, ਭਗਤੀ, ਉਪਰੋਕਤ ਸਾਰੇ ਹੀ? ਅਗਲਾ ਪ੍ਰਸ਼ਨ ਹੈ, ਨਿਬੰਧ ਨੂੰ ਹੋਰ ਕੀ ਆਖਿਆ ਜਾਂਦਾ ਹੈ? ਮਨ ਦਾ ਦਰਪਣ, ਆਪੇ ਦਾ ਪ੍ਰਕਾਸ਼, ਊੜਾ ਤੇ ਐੜਾ ਦੋਵੇਂ ਹੀ ਜਾਂ ਉਪਰੋਕਤ ਕੋਈ ਨਹੀਂ? ਅਗਲਾ ਪ੍ਰਸ਼ਨ ਹੈ, ਕਿਸ ਦਾ ਸੁਮੇਲ ਕਿਸੇ ਸਫਲ ਨਿਬੰਧ ਦੀ ਨੀਂਹ ਹੁੰਦਾ ਹੈ? ਬੁੱਧੀ, ਅਨੁਭਵ, ਭਾਵ ਜਾਂ ਊੜਾ ਤੇ ਈੜੀ ਦੋਨੋਂ ਹੀ? ਅਗਲਾ ਪ੍ਰਸ਼ਨ ਹੈ, ਨਾਮਾ ਸ਼ਬਦ ਦਾ ਅਰਥ ਹੇਠ ਲਿਖਿਆਂ ਵਿੱਚੋਂ ਕਿਹੜਾ ਨਹੀਂ ਹੈ? ਚਿੱਠੀ, ਖੱਤ, ਪੱਤਰ, ਅਰਜੀ? ਅਗਲਾ ਪ੍ਰਸ਼ਨ ਹੈ, ਪੰਜਾਬੀ ਵਿੱਚ ਸਫ਼ਰਨਾਮੇ ਦੀ ਪਿਰਤ ਕਿਹੜੀ ਸਦੀ ਵਿੱਚ ਪਈ? 19ਵੀਂ ਸਦੀ ਵਿੱਚ, 18ਵੀਂ ਸਦੀ ਵਿੱਚ, 20ਵੀਂ ਸਦੀ ਵਿੱਚ ਜਾਂ 21ਵੀਂ ਸਦੀ ਵਿੱਚ? ਅਗਲਾ ਪ੍ਰਸ਼ਨ ਹੈ, ਪੰਜਾਬੀ ਵਿੱਚ ਸਫ਼ਰਨਾਮੇ ਲਿਖਣ ਦੀ ਪ੍ਰੇਰਨਾ ਕਿਹੜੀ ਭਾਸ਼ਾ ਵਿੱਚ ਸਫ਼ਰਨਾਮਿਆਂ ਤੋਂ ਮਿਲੀ? ਅੰਗਰੇਜ਼ੀ, ਹਿੰਦੀ, ਉਰਦੂ ਜਾਂ ਅਰਬੀ? ਅਗਲਾ ਪ੍ਰਸ਼ਨ ਹੈ, ਸਵੈਜੀਵਨੀ ਰਚਨਾ ਦਾ ਨਾਇਕ ਕੌਣ ਹੁੰਦਾ ਹੈ? ਕਵੀ ਹੁੰਦਾ ਹੈ, ਲੇਖਕ, ਨਾਟਕਕਾਰ ਜਾਂ ਨਾਵਲਕਾਰ? ਅਗਲਾ ਪ੍ਰਸ਼ਨ ਹੈ, ਲੇਖਕ ਦੇ ਜੀਵਨ ਦਾ ਸੱਚਾ ਚਿੱਠਾ ਕੀ ਹੈ? ਜੀਵਨੀ ਆ, ਸਵੈਜੀਵਨੀ, ਸਫ਼ਰਨਾਮਾ ਜਾਂ ਰੇਖਾ ਚਿੱਤਰ? ਇਸ ਤੋਂ ਅਗਲਾ ਪ੍ਰਸ਼ਨ ਹੈ, ਪੰਜਾਬੀ ਵਿੱਚ ਸਭ ਤੋਂ ਪਹਿਲਾਂ ਸਵੈਜੀਵਨੀ ਕਿਸ ਨੇ ਲਿਖੀ? ਨਾਨਕ ਸਿੰਘ ਨੇ, ਗੁਰਬਖਸ਼ ਸਿੰਘ ਨੇ, ਪ੍ਰਿੰਸੀਪਲ ਤੇਜਾ ਸਿੰਘ ਨੇ, ਅਮਰਤਾ ਪ੍ਰੀਤਮ ਨੇ? ਅਗਲਾ ਪ੍ਰਸ਼ਨ ਹੈ, ਆਰਸੀ ਕਿਸ ਲੇਖਕ ਦੀ ਸਵੈਜੀਵਨੀ ਦਾ ਨਾਮ ਹੈ? ਨਾਨਕ ਸਿੰਘ ਦੀ, ਪ੍ਰਿੰਸੀਪਲ ਤੇਜਾ ਸਿੰਘ ਦੀ, ਬਲਰਾਜ ਸਾਹਨੀ ਦੀ ਜਾਂ ਦਲੀਪ ਕੌਰ ਟਿਵਾਣਾ ਦੀ? ਅਮਰਤਾ ਪ੍ਰੀਤਮ ਦੀ ਸਵੈਜੀਵਨੀ ਦਾ ਕੀ ਨਾਮ ਹੈ? ਰਸੀਦੀ ਟਿਕਟ, ਆਰਸੀ, ਖਾਨਾਬਦੋਸ਼, ਮੰਜ਼ਿਲ ਦਿਸ ਪਈ? ਅਗਲਾ ਪ੍ਰਸ਼ਨ ਹੈ, ਨਾਨਕ ਸਿੰਘ ਨੇ ਕਿਸ ਸਿਰਲੇਖ 'ਤੇ ਸਵੈਜੀਵਨੀ ਲਿਖੀ? ਆਤਮ ਕਥਾ, ਆਰਸੀ, ਮੇਰੀ ਦੁਨੀਆ, ਰਸੀਦੀ ਟਿਕਟ? ਅੱਗੇ ਸਾਡਾ ਲਾਸਟ ਪ੍ਰਸ਼ਨ ਹੈ, ਮੇਰੀ ਜੀਵਨ ਕਹਾਣੀ ਕਿਸ ਲੇਖਕ ਦੀ ਸਵੈਜੀਵਨੀ ਹੈ? ਗੁਰਬਖਸ਼ ਸਿੰਘ ਪ੍ਰੀਤਲੜੀ ਦੀ, ਦਲੀਪ ਕੌਰ ਟਿਵਾਣਾ ਦੀ, ਅਜੀਤ ਕੌਰ ਦੀ ਜਾਂ ਅਮਰਤਾ ਪ੍ਰੀਤਮ ਦੀ? ਇਹ ਸੀ ਸਾਡੇ ਅੱਜ ਸਾਹਿਤ ਦੇ ਭਿੰਨ ਭਿੰਨ ਰੂਪ, ਜਿਵੇਂ ਨਾਵਲ, ਨਾਟਕ, ਉਹਨਾਂ ਨਾਲ ਸੰਬੰਧਿਤ ਪ੍ਰਸ਼ਨ
ਤੇ ਆਪਣੇ ਇਸ ਤੋਂ ਬਾਅਦ 2 ਟੌਪਿਕ ਰਹਿ ਗਏ ਆ। ਇੱਕ ਰਹਿ ਗਿਆ ਲੋਕ ਸਾਹਿਤ ਦੇ ਭਿੰਨ-ਭਿੰਨ ਰੂਪ, ਦੂਸਰਾ ਹੈ ਪੰਜਾਬੀ ਵਿਆਕਰਨ। ਅਗਲੇ ਟੈਸਟ ਉਹਨਾਂ ਬਾਰੇ ਹੋਣਗੇ ਤੇ ਇਹ ਤੁਸੀਂ ਸਾਰਿਆਂ ਨੇ ਇਹਨਾਂ ਪ੍ਰਸ਼ਨਾਂ ਦੇ ਉੱਤਰ ਆਪਣੀ ਨੋਟਬੁੱਕ 'ਤੇ ਨੋਟ ਕਰਕੇ ਕੱਲ੍ਹ ਆਨਸਰ ਕੀ ਨਾਲ ਮੈਚ ਕਰਕੇ ਸਾਰੇ ਜਾਣੇ ਨੰਬਰ ਜ਼ਰੂਰ ਸ਼ੇਅਰ ਕਰ ਦਿਓ। ਥੈਂਕ ਯੂ।